ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ। ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਵਿਚਾਰ ਚਰਚਾ ਕਰਾਂਗੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। बहुत बहुत धन्यवाद इंद्रप्रीत जी। ਜੀ ਮਨਦੀਪ ਜੀ, ਫੈਡਰਲ ਚੋਣਾਂ ਹੋਈਆਂ, ਨਤੀਜੇ ਸਾਹਮਣੇ ਆ ਚੁੱਕੇ ਨੇ। ਇੱਕ ਵਾਰ ਫਿਰ ਤੋਂ ਮਾਈਨੋਰਿਟੀ ਗਵਰਨਮੈਂਟ ਬਣਨ ਜਾ ਰਹੀ ਹੈ, ਪਰ ਇਸ ਦੇ ਵਿੱਚ ਹੁਣ ਜਗਮੀਤ ਸਿੰਘ ਦਾ ਕੀ ਰੋਲ ਰਹਿਣ ਵਾਲਾ ਹੈ, ਇਹ ਵੱਡਾ ਸਵਾਲ ਹੈ। ਇਸ ਦੇ ਉੱਪਰ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹਾਂਗੇ जी। बिल्कुल जिस तरीके ਨਾਲ लगभग नतीजे ਜਿਹੜੇ ਸਾਫ਼ ਹੋ ਚੁੱਕੇ ਨੇ, ਹਾਲਾਂਕਿ ਅੰਤਿਮ ਤੇ ਬਿਲਕੁਲ ਸਪਸ਼ਟ ਜਿਹੜੇ ਨਤੀਜੇ ਨੇ ਕਿ ਕੌਣ ਕਿੰਨੀਆਂ ਵੋਟਾਂ ਜਿੱਤਿਆ, ਹੱਲੇ ਲੱਗਦਾ ਕਿ ਵੀਰਵਾਰ ਤੱਕ ਜਿਹੜੇ ਉਹ ਸਰਟੀਫਿਕੇਟ ਵੰਡੇ ਜਾਣਗੇ। ਉਦੋਂ ਤੱਕ ਜਿਹੜੇ ਚਿੱਠੀਆਂ ਰਾਹੀਂ ਜਿਹੜੀਆਂ ਮੇਲ ਰਾਹੀਂ ਵੋਟਾਂ ਆਈਆਂ ਸੀ ਉਹਨਾਂ ਦੀ ਗਿਣਤੀ ਹੋ ਰਹੀ ਹੈ, ਉਹਨਾਂ ਦੀ ਵੈਰੀਫਿਕੇਸ਼ਨ ਹੋ ਰਹੀ ਹੈ। ਇਹ ਵੀ ਉਮੀਦ ਹੈ ਕਿ ਇੱਕ ਦੋ ਸੀਟਾਂ ਫਲਿੱਪ ਹੋ ਵੀ ਸਕਦੀਆਂ ਨੇ ਜਾਂ ਇਹੀ ਨਤੀਜਾ ਸਾਡੇ ਸਾਹਮਣੇ ਰਹਿ ਸਕਦਾ ਆ। ਪਰ ਜਿਹੜੀ ਤਸਵੀਰ ਸਾਫ਼ ਹੋਈ ਹੈ ਉਹਦੇ ਵਿੱਚ ਇਹ ਹੈ ਕਿ ਇਸ ਵਕਤ ਕੈਨੇਡਾ ਨੇ ਇੱਕ ਵਾਰੀ ਫੇਰ ਮਿਨੋਰਟੀ ਗਵਰਨਮੈਂਟ ਚੁਣੀ ਆ। ਹੁਣ ਇਹਦੇ ਵਿੱਚ ਇਹ ਹੁੰਦਾ ਕਿ ਸਾਰੀਆਂ ਹੀ ਪਾਰਟੀਆਂ ਦਾ ਜਿਹੜਾ ਰੋਲ ਆ ਇਸ ਸਰਕਾਰ ਚਲਾਉਣ ਦੇ ਵਿੱਚ ਬੜਾ ਅਹਿਮ ਹੁੰਦਾ। ਵੈਸੇ ਵੀ ਹਾਲਾਂਕਿ ਜਿਹੜੀ ਵੀ ਚੀਜ਼, ਜਿਹੜਾ ਵੀ ਵਿਅਕਤੀ ਕੋਈ ਜਿੱਤ ਕੇ ਪਾਰਲੀਮੈਂਟ 'ਚ ਪਹੁੰਚਦਾ ਆ, ਉਹਦਾ ਇੱਕ ਵੱਖਰਾ ਸਥਾਨ ਤੇ ਅਹਿਮ ਜਿਹੜਾ ਰੋਲ ਹੁੰਦਾ ਆ। ਪਰ ਇਹੋ ਜਿਹੇ ਹਾਲਾਤਾਂ ਵਿੱਚ ਕਿਉਂਕਿ ਹੁਣ ਇਹ ਹੋ ਜਾਂਦਾ ਕਿ ਜਦੋਂ ਕੋਈ ਨਵੀਆਂ ਪਾਲਿਸੀਜ਼ ਬਣਨਗੀਆਂ, ਕੋਈ ਮਤਾ ਆਵੇਗਾ, ਕੋਈ ਜਿਹੜੇ ਨਵੇਂ ਬਿੱਲ ਪਾਸ ਹੋਣਗੇ, ਤਾਂ ਉਹਦੇ ਵਿੱਚ ਇਹਨਾਂ ਸਾਰੀਆਂ ਪਾਰਟੀਆਂ ਦੀ ਜਿਹੜੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਪਰ ਇਸ ਵਕਤ ਜੋ ਹਾਲਾਤ ਬਣੇ ਨੇ ਉਹਦੇ ਵਿੱਚ ਘੱਟੋ ਘੱਟ ਜਸਟਿਨ ਟਰੂਡੋ ਹੋਣਾ ਨੂੰ ਇੱਕ ਪਾਰਟੀ ਦਾ ਜਿਹੜਾ ਸਾਥ ਹੋਣਾ ਜ਼ਰੂਰੀ ਆ। ਜਾਂ ਤਾਂ ਉਹ NDP ਪਾਰਟੀ ਦੀ ਸਪੋਰਟ ਲੈ ਲੈਣ ਜਾਂ ਫਿਰ ਉਹ ਬਲੌਕ ਕਿਊਬਕ ਦੀ ਸਪੋਰਟ ਲੈ ਲੈਣ। ਪਰ ਬਲੌਕ ਕਿਊਬਕ ਨੇ ਬਹੁਤ ਘੱਟ ਮੌਕਿਆਂ ਉੱਤੇ ਜਿਹੜੀ ਉਹ ਸਪੋਰਟ ਦਿੱਤੀ ਆ। ਉਹ ਉਹਨਾਂ ਮੁੱਦਿਆਂ ਉੱਤੇ ਜ਼ਿਆਦਾ ਸਪੋਰਟ ਦਿੰਦੇ ਆ ਜਿਹਦੇ ਵਿੱਚ ਕਿਊਬਕ ਤੇ ਜਾਂ ਉਹਨਾਂ ਦੀਆਂ ਆਪਣੀਆਂ ਕੁਝ ਮੰਗਾਂ ਜਦੋਂ ਮਨਾਉਣੀਆਂ ਹੋਣ ਤਾਂ ਉਸ ਵਕਤ ਜਿਹੜੀ ਬਲੌਕ ਕਿਊਬਕ ਕਈ ਵਾਰੀ ਵੱਡੀਆਂ ਸ਼ਰਤਾਂ ਵੀ ਰੱਖ ਦਿੰਦੀ ਆ। ਸੋ ਲਿਬਰਲ ਲਈ ਜਿਹੜਾ ਵਾ NDP ਨੂੰ ਮਨਾਉਣਾ ਥੋੜਾ ਸੌਖਾ ਰਹਿੰਦਾ ਆ। ਹਾਲਾਂਕਿ ਜਿਹੜੇ ਜਗਮੀਤ ਸਿੰਘ ਨੇ ਇਹ ਸੰਕੇਤ ਦਿੱਤੇ ਆ ਕਿ ਉਹ ਜਿਹੜੀ ਉਹਨਾਂ ਨੇ ਨੈਗੋਸ਼ੀਏਸ਼ਨ ਜਿਹੜੀ ਉਹ ਕਰਿਆ ਕਰਨਗੇ। ਔਰ ਜਗਮੀਤ ਸਿੰਘ ਨੇ ਇਹ ਵੀ ਕਹਿ ਦਿੱਤਾ ਹੈ, ਕਹਿੰਦੇ ਵੀ ਜਸਟਿਨ ਟਰੂਡੋ ਜਾਣਦੇ ਆ ਕਿ ਉਹਨਾਂ ਦੀਆਂ ਪ੍ਰਾਇੋਰਟੀਜ਼ ਜਿਹੜੀਆਂ ਉਹ ਕੀ ਨੇ। ਸੋ ਹੁਣ ਜਿੰਨਾ ਸਮਾਂ ਵੀ ਸਰਕਾਰ ਚੱਲੇਗੀ, ਜਦੋਂ ਵੀ ਪਾਰਲੀਮੈਂਟ ਕਾਲ ਹੋਵੇਗੀ, ਤਾਂ ਉਸ ਵਕਤ ਸਭ ਦੀਆਂ ਨਜ਼ਰਾਂ ਇੱਕ ਸਰਕਾਰ ਤੇ ਤਾਂ ਹੋਣਗੀਆਂ ਹੀ, ਮਿਨੋਰਟੀ ਗਵਰਨਮੈਂਟ ਤੇ ਤਾਂ ਹੋਣਗੀਆਂ ਹੀ, ਪਰ ਨਾਲ ਦੀ ਨਾਲ ਉਹ ਨਜ਼ਰਾਂ ਜਗਮੀਤ ਸਿੰਘ ਤੇ ਵੀ ਹੋਇਆ ਕਰਨਗੀਆਂ ਕਿ ਜਗਮੀਤ ਸਿੰਘ ਜਿਹੜੇ ਆ ਉਹ ਕਿਹੜੀ ਸ਼ਰਤ ਰੱਖਦੇ ਆ, ਕੀ ਕਹਿੰਦੇ ਨੇ, ਜਾਂ ਜਿਹੜਾ ਕੋਈ ਮਤਾ ਆਉਂਦਾ ਆ ਉਹ 'ਚ ਕੀ ਬਦਲਾਵ ਕਰਾਉਂਦੇ ਨੇ, ਔਰ ਕਿਸ ਤਰੀਕੇ ਨਾਲ ਉਹ ਸਪੋਰਟ ਜਿਹੜੀ ਆ ਜਸਟਿਨ ਟਰੂਡੋ ਸਰਕਾਰ ਨੂੰ ਦਿੰਦੇ ਨੇ। ਕਿਉਂਕਿ ਜਗਮੀਤ ਸਿੰਘ ਪਿਛਲੀ ਇੱਕ ਉਦਾਹਰਨ ਹਮੇਸ਼ਾ ਦਿੰਦੇ ਆ, ਕਹਿੰਦੇ ਵੀ ਜਦੋਂ ਸਰਬ ਜਿਹੜੀ ਸਕੀਮ ਸ਼ੁਰੂ ਹੋਣੀ ਸੀ ਤਾਂ ਸਰਕਾਰ ਨੇ $1000 ਪ੍ਰਤੀ ਮਹੀਨਾ ਦੇਣ ਦਾ ਜਿਹੜਾ ਸੀ ਉਹ ਪ੍ਰਾਵਧਾਨ ਰੱਖਿਆ ਸੀ, ਪਰ ਕਹਿੰਦੇ ਵੀ ਅਸੀਂ ਉਹਨੂੰ 2-2000 ਕਰਾਇਆ। ਕਹਿੰਦੇ ਵੀ 1000 ਨਾਲ ਲੋਕਾਂ ਦਾ ਕੁਝ ਨਹੀਂ ਬਣਨਾ। ਸੋ ਹੁਣ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਗਮੀਤ ਸਿੰਘ ਜਿਹੜੇ ਆ ਉਹ ਕਿਸ ਤਰੀਕੇ ਨਾਲ ਆਪਣੀਆਂ ਮੰਗਾਂ ਮਨਵਾਉਂਦੇ ਆ। ਪਰ ਬਹੁਤ ਅਹਿਮ ਰੋਲ ਰਹੇਗਾ ਕੈਨੇਡਾ ਦੀ ਰਾਜਨੀਤੀ ਵਿੱਚ ਅਤੇ ਪਾਰਲੀਮੈਂਟ ਵਿੱਚ, ਖਾਸ ਕਰਕੇ ਸਰਕਾਰ ਨੂੰ ਚਲਾਉਣ ਦੇ ਵਿੱਚ। ਜੀ, ਪਰ ਇਸ ਦੇ ਨਾਲ ਫਿਰ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਜਗਮੀਤ ਸਿੰਘ ਕਿਹੜੀਆਂ ਸ਼ਰਤਾਂ ਰੱਖ ਸਕਦੇ ਨੇ, ਕਿਹੜੀਆਂ ਮੰਗਾਂ ਜਿਹੜੀਆਂ ਨੇ ਉਹ ਮਨਵਾ ਸਕਦੇ ਨੇ। ਜੀ ਜੀ ਬਿਲਕੁਲ, ਕਿਉਂਕਿ ਜਗਮੀਤ ਸਿੰਘ ਹੁਣੀ ਜਿਹੜਾ ਉਹਨਾਂ ਨੇ ਆਪਣਾ ਪਲੇਟਫਾਰਮ ਜਾਰੀ ਕੀਤਾ ਸੀ ਇਲੈਕਸ਼ਨ ਦੇ ਵਿੱਚ, ਹਾਲਾਂਕਿ ਉਹਦਾ ਖਰਚਾ ਤਾਂ ਉਹਨਾਂ ਨੇ $200 ਬਿਲੀਅਨ ਤੋਂ ਉੱਤੇ ਦੱਸਿਆ ਸੀ। ਉਹ ਸਾਰਾ ਤਾਂ ਪੂਰਾ ਨਹੀਂ ਹੋ ਸਕਦਾ ਕਿਉਂਕਿ ਇਸ ਵਕਤ ਉਹ ਜਿਹੜੀ ਆ ਸਿਰਫ ਥੋੜੀ ਸਪੋਰਟ ਦੇਣਗੇ, ਪਰ ਫਿਰ ਵੀ ਕੁਝ ਨਾ ਕੁਝ ਜਿਹੜਾ ਆ ਉਹ ਜ਼ਰੂਰ ਮਨਵਾਉਣਗੇ। ਜਿਹਦੇ ਵਿੱਚ ਸੰਕੇਤ ਉਹਨਾਂ ਦਿੱਤੇ ਆ ਵੈਲਥ ਟੈਕਸ ਦੀ ਉਹ ਗੱਲ ਕਰਦੇ ਨੇ, ਜਿਹੜੇ ਅਲਟਰਾ ਰਿਚ ਨੇ, ਔਰ ਇਸ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਇਹ ਜਿਹੜੀ ਕੰਪੇਨ ਵਿੱਚ ਉਹਨਾਂ ਨੇ ਗੱਲ ਕੀਤੀ ਆ ਕਿ ਉਹਨਾਂ ਨੂੰ ਆਪਣਾ ਫੇਅਰ ਸ਼ੇਅਰ ਜਿਹੜਾ ਉਹ ਦੇਣਾ ਬਣਦਾ। ਹਾਲਾਂਕਿ ਜਸਟਿਨ ਟਰੂਡੋ ਹੁਣਾਂ ਨੇ ਵੀ ਇੱਕ ਗੱਲ ਜਿਹੜੀ ਆ ਉਹ ਕਹੀ ਸੀ, ਵਾਅਦਾ ਕੀਤਾ ਸੀ ਕਿ ਜਿਹੜੇ ਵੱਡੇ ਬੈਂਕ ਨੇ ਜਾਂ ਜਿਹੜੇ ਵੱਡੇ ਅਦਾਰੇ ਨੇ, ਜਿਹੜੇ ਖਾਸ ਕਰਕੇ ਬੈਂਕਿੰਗ ਜਾਂ ਇੰਸ਼ੋਰੈਂਸ ਦਾ ਕੋਈ ਫਾਈਨੈਂਸ਼ੀਅਲ ਕੰਮ ਕਰਦੇ ਨੇ, ਜਿਨ੍ਹਾਂ ਦੀ ਕਈ ਬਿਲੀਅਨ ਡਾਲਰ ਦੇ ਵਿੱਚ ਕਮਾਈ ਆ, ਉਹਨਾਂ ਉੱਤੇ ਜਿਹੜਾ ਟੈਕਸ ਹੈ ਉਹ ਥੋੜਾ ਵਧਾਇਆ ਜਾਵੇਗਾ। ਪਰ ਜਗਮੀਤ ਸਿੰਘ ਜਿਹੜੇ ਜਿੰਨੇ ਵੀ ਰਿਚ ਨੇ, ਜਿਹੜੇ ਕਈ ਬਿਲੀਅਨ ਡਾਲਰਾਂ ਦੇ ਵਿੱਚ ਉਹਨਾਂ ਦੀ ਕਮਾਈ ਹੁੰਦੀ ਆ, ਉਹ ਕਹਿੰਦੇ ਵੀ ਉਹਨਾਂ ਸਾਰਿਆਂ ਤੋਂ ਜਿਹੜਾ ਵਾ ਉਹਨਾਂ ਦਾ ਬਣਦਾ ਫੇਅਰ ਸ਼ੇਅਰ ਜਿਹੜਾ ਲੈਣਾ ਚਾਹੀਦਾ ਆ। ਕਿਉਂਕਿ ਸਰਕਾਰ ਨੇ ਕਹਿੰਦੇ ਵੀ ਲੂਪ ਹੋਲ ਬਹੁਤ ਛੱਡੇ ਹੋਏ ਆ, ਉਹ ਟੈਕਸ ਜਿਹੜਾ ਵਾ ਉਹ ਉਹਨਾਂ ਪੇ ਨਹੀਂ ਕਰਦੇ ਔਰ ਜਿੰਨਾ ਉਹਨਾਂ ਨੂੰ ਹਿੱਸਾ ਦੇਣਾ ਚਾਹੀਦਾ ਸਰਕਾਰ ਚਲਾਉਣ ਲਈ। ਸੋ ਲੱਗਦਾ ਇਹ ਹੈ ਕਿ ਇਸ ਵਾਰ ਜਗਮੀਤ ਸਿੰਘ ਜਿਹੜੇ ਆ ਇਸ ਮੁੱਦੇ ਉੱਤੇ ਜਿਹੜਾ ਵਾ ਉਹ ਲਿਬਰਲ ਪਾਰਟੀ ਨੂੰ ਜਾਂ ਜਸਟਿਨ ਟਰੂਡੋ ਨੂੰ ਮਜਬੂਰ ਕਰ ਸਕਦੇ ਨੇ ਕਿ ਇਸ ਪਾਸੇ ਜਾ ਕੇ ਕੰਮ ਕੀਤਾ ਜਾਵੇ। ਇਹਦੇ ਨਾਲ ਹੈਲਥ ਸੈਕਟਰ ਦੇ ਵਿੱਚ ਜਿਹੜਾ ਵਾ ਉਹ ਆਪਣੀਆਂ ਮੰਗਾਂ ਮਨਵਾਉਣ ਦੀ ਜਿਹੜੀ ਕੋਸ਼ਿਸ਼ ਜ਼ਰੂਰ ਕਰਨਗੇ। ਪਿਛਲੀ ਵਾਰ ਉਹਨਾਂ ਨੇ ਪੇਡ ਸਿਕ ਲੀਵ ਦਾ ਮੁੱਦਾ ਚੁੱਕਿਆ ਸੀਗਾ, ਇਸ ਵਾਰ ਹੋ ਸਕਦਾ ਹੈ ਕਿ ਡੈਂਟਲ ਹੈਲਥ ਕੇਅਰ ਦੀ ਗੱਲ ਕੀਤੀ ਜਾ ਸਕਦੀ ਆ, ਫਾਰਮਾ ਕੇਅਰ ਦੀ ਗੱਲ ਉਹ ਕਰਦੇ ਨੇ। ਔਰ ਇਹਦੇ ਨਾਲ ਜਿਹੜੀਆਂ ਵਾ ਕੁਝ ਹੋਰ ਜਿਹੜੀਆਂ ਉਹਨਾਂ ਦੀਆਂ ਡਿਮਾਂਡਾਂ ਨੇ, ਖਾਸ ਕਰਕੇ ਹੈਲਥ ਸੈਕਟਰ ਦੇ ਵਿੱਚ ਹੀ
ਨਵੇਂ ਡਾਕਟਰ ਤੇ ਜਿਹੜੇ ਨਰਸ ਜਿਹੜੀਆਂ ਭਰਤੀ ਕਰਨੀਆਂ ਨੇ। ਸੋ ਇਹਨਾਂ ਸਾਰਿਆਂ ਮੁੱਦੇ ਉੱਤੇ ਜਗਮੀਤ ਸਿੰਘ ਮੈਨੂੰ ਲੱਗਦਾ ਕਿ ਇਸ ਵਾਰ ਕਾਫੀ ਜਿਹੜੀ ਨੈਗੋਸ਼ੀਏਸ਼ਨ ਸਰਕਾਰ ਨਾਲ ਕਰਨਗੇ ਤੇ ਆਪਣੀਆਂ ਕੁਝ ਮੰਗਾਂ ਮਨਵਾ ਕੇ ਹੀ ਉਹ ਸਪੋਰਟ ਦੇਣਗੇ। ਨੇ ਨਤੀਜੇ ਉਹਨਾਂ ਦੇ ਸਾਹਮਣੇ ਆਏ ਨੇ ਤੇ ਇਸ ਤੋਂ ਬਾਅਦ ਕੀ ਜਗਮੀਤ ਸਿੰਘ ਦੀ ਲੀਡਰਸ਼ਿਪ ਨੂੰ ਲੈ ਕੇ ਕੋਈ ਸਵਾਲ ਖੜਾ ਹੋ ਰਿਹਾ ਹੈ? ਬਿਲਕੁਲ, ਕਿਉਂਕਿ ਸਵਾਲ ਤਾਂ ਹਾਲਾਂਕਿ ਪਾਰਟੀ ਵਿੱਚੋਂ ਤਾਂ ਕੋਈ ਇਦਾਂ ਦੀ ਜਿਹੜੀ ਆਵਾਜ਼ ਹੈ ਉਹ ਨਹੀਂ ਆਈ ਆ, ਪਰ ਕੁਝ ਕੁ ਵੱਡੀਆਂ ਅਖਬਾਰਾਂ ਨੇ ਉਸ ਸੰਬੰਧੀ ਆਰਟੀਕਲ ਜ਼ਰੂਰ ਲਿਖਿਆ। ਖਾਸ ਕਰਕੇ ਗਲੋਬਲ ਮੇਲ ਦੇ ਵਿੱਚ ਇੱਕ ਓਪੀਨੀਅਨ ਛਪਿਆ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਗਮੀਤ ਸਿੰਘ ਨੂੰ ਸਟੈਪ ਡਾਊਨ ਕਰਨ ਬਾਰੇ ਸੋਚਣਾ ਚਾਹੀਦਾ ਆ। ਪਰ ਜਗਮੀਤ ਸਿੰਘ ਹੁਣਾਂ ਨੇ ਇਹ ਥੋੜੀ ਜਿਹੀ ਸੰਤੁਸ਼ਟੀ ਜ਼ਾਹਰ ਕੀਤੀ ਹੈ ਨਤੀਜਿਆਂ ਤੇ ਕਿ ਪਿਛਲੀ ਵਾਰ ਨਾਲੋਂ ਅਸੀਂ ਕੁਝ ਨਾ ਕੁਝ ਜਿਹੜਾ ਵੱਧ ਆ ਉਹ ਲੈ ਕੇ ਟਿਕਿਆ, ਕਿਉਂਕਿ ਨਤੀਜੇ ਕਿਸੇ ਵੀ ਪਾਰਟੀ ਲਈ ਜਿਹੜੇ ਉਹ ਨਹੀਂ ਬਦਲੇ ਨੇ। ਜਿੰਨੀਆਂ ਸੀਟਾਂ ਕੰਜ਼ਰਵੇਟਿਵ ਨੂੰ ਮਿਲੀਆਂ ਸੀ, ਇੱਕ ਅੱਧੀ ਸੀਟ ਉੱਤੇ ਥੱਲੇ ਹੁੰਦੀ ਨਜ਼ਰ ਆ ਰਹੀ ਆ। ਲਿਬਰਲ ਪਾਰਟੀ ਨੂੰ ਸਿਰਫ ਇੱਕ ਸੀਟ ਵੱਧ ਮਿਲੀ ਆ। ਉਸੇ ਤਰੀਕੇ ਨਾਲ ਐਨਡੀਪੀ ਨੂੰ ਵੀ ਪਿਛਲੀ ਵਾਰ ਨਾਲੋਂ ਜਿੱਥੇ 1-2% ਉਹਨਾਂ ਦਾ ਵੋਟ ਬੈਂਕ ਵਧਿਆ ਤੇ ਇੱਕ ਸੀਟ ਵੱਧ ਉਹ ਜਿੱਤਦੇ ਨਜ਼ਰ ਆ ਰਹੇ ਨੇ। ਪਿਛਲੀ ਵਾਰ 24 ਸੀ, ਐਕਤੀ 25 ਨੇ। ਸੋ ਉਹਨਾਂ ਨੇ ਕੋਈ ਬਹੁਤੀ ਆਵਾਜ਼ ਪਾਰਟੀ ਵਿੱਚੋਂ ਨਹੀਂ ਉੱਠੀ ਆ ਔਰ ਲੱਗਦਾ ਨਹੀਂ ਕਿ ਜਗਮੀਤ ਸਿੰਘ ਦੀ ਲੀਡਰਸ਼ਿਪ ਨੂੰ ਇਸ ਵਕਤ ਕੋਈ ਖਤਰਾ ਆ। ਨਾ ਉਹ ਆਪ ਸਟੈਪ ਡਾਊਨ ਕਰਨ ਦੇ ਮੂਡ ਵਿੱਚ ਨੇ, ਕਿਉਂਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਪ੍ਰਾਇੋਰਟੀਜ਼ ਆ ਜੋ ਪਹਿਲ ਦੇ ਆਧਾਰ ਤੇ ਉਹਨਾਂ ਨੇ ਕਰਨਾ ਉਹ ਜਿਹੜਾ ਦੱਸਣਾ ਸ਼ੁਰੂ ਕਰ ਦਿੱਤਾ ਜਸਟਿਸ ਸਰਕਾਰ ਨੂੰ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਸਹੀ ਫੈਸਲੇ ਸਰਕਾਰ ਲਹੇਗੀ, ਜਿੱਥੇ ਲੋਕਾਂ ਦਾ ਫਾਇਦਾ ਹੋਵੇਗਾ, ਉੱਥੇ ਉਹ ਬਿਨਾਂ ਸ਼ਰਤ ਸਮਰਥਨ ਕਰਨ ਲਈ ਵੀ ਤਿਆਰ ਨੇ। ਸੋ ਜਗਮੀਤ ਸਿੰਘ ਹੁਣਾਂ ਦੀ ਲੀਡਰਸ਼ਿਪ ਨੂੰ ਘੱਟੋ ਘੱਟ ਹਾਲੇ ਕੋਈ ਖਤਰਾ ਮਹਿਸੂਸ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਜਿਸ ਤਰੀਕੇ ਨਾਲ ਉਹ ਇੱਕ ਪ੍ਰਮਾਣਿਤ ਲੀਡਰ ਬਣੇ ਨੇ, ਜਿਹੜੀ ਪੋਪੂਲੈਰਿਟੀ ਦੇ ਵਿੱਚ ਕਈ ਵਾਰ ਤਾਂ ਉਹ ਭਰੋਸੇਯੋਗਤਾ ਦੇ ਵਿੱਚ ਜਸਟਿਨ ਟਰੂਡੋ ਨੂੰ ਵੀ ਕਈ ਸਰਵੇ ਵਿੱਚ ਅੱਗੇ ਲੰਘੇ ਨੇ। ਸੋ ਸਾਰੀਆਂ ਚੀਜ਼ਾਂ ਵੀ ਪਾਰਟੀ ਜ਼ਰੂਰ ਦੇਖ ਰਹੀ ਹੋਵੇਗੀ ਔਰ ਹਾਲਾਤ ਵੀ ਦੇਖੇ ਹੋਣਗੇ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੇ ਕੰਪੇਨ ਕੀਤੀ ਆ ਜਾਂ ਕਿਸ ਤਰੀਕੇ ਨਾਲ ਕਿਸ ਜੋਸ਼ ਦੇ ਨਾਲ ਉਹ ਪਾਰਟੀ ਨੂੰ ਅੱਗੇ ਵਧਾ ਰਹੇ ਨੇ। ਫਿਲਹਾਲ ਲੱਗਦਾ ਕਿ ਘੱਟੋ ਘੱਟ ਹਾਲੇ ਉਹਨਾਂ ਦੀ ਲੀਡਰਸ਼ਿਪ ਨੂੰ ਕੋਈ ਖਤਰਾ ਮਹਿਸੂਸ ਨਹੀਂ ਹੋ ਰਿਹਾ। ਜੀ ਬਿਲਕੁਲ, ਪਰ ਇਸ ਦੇ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਐਰਨ ਓਟੂਲ ਦੀ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ। ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਰਿਵਿਊ ਕਰਨਾ ਚਾਹੀਦਾ ਹੈ। ਇਸ ਦੇ ਬਾਰੇ ਕੀ ਵਿਚਾਰ ਹੈ? ਬਿਲਕੁਲ, ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜਿਹੜਾ ਸੀ ਇਹ ਮੰਗ ਹੁਣ ਉੱਠੀ ਹੈ ਇਸ ਵਕਤ ਕਿ ਜਿਹੜੀ ਲੀਡਰਸ਼ਿਪ ਆ ਉਹਦੇ ਬਾਰੇ ਰਿਵਿਊ ਹੋਣਾ ਚਾਹੀਦਾ। ਅਸਲ ਦੇ ਵਿੱਚ ਜੇਕਰ ਅਸੀਂ ਐਰਨ ਓਟੂਲ ਦੇ ਬਾਰੇ ਗੱਲ ਕਰੀਏ ਤਾਂ ਕੰਜ਼ਰਵੇਟਿਵ ਪਾਰਟੀ ਦੇ ਸੰਬੰਧੀ ਬਹੁਤ ਸਾਰੀਆਂ ਧਾਰਨਾਵਾਂ ਜਿਹੜੀਆਂ ਉਹ ਲੋਕਾਂ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਪਾਰਟੀ ਦੇ ਅੰਦਰ ਇੱਕ ਕਈ ਵਿਸ਼ਿਆਂ ਨੂੰ ਲੈ ਕੇ ਕਾਫੀ ਵਿਵਾਦ ਚੱਲਦਾ ਰਹਿੰਦਾ। ਖਾਸ ਕਰਕੇ ਕਲਾਈਮੇਟ ਦੇ ਮੁੱਦੇ ਦੀ ਅਸੀਂ ਗੱਲ ਕਰੀਏ ਤਾਂ ਸਾਲ ਕੁ ਪਹਿਲਾਂ ਪਾਰਟੀ ਅੰਦਰ VOTING ਹੋਈ ਸੀ ਤਾਂ ਉਹਦੇ ਵਿੱਚ ਉਹਨਾਂ ਨੇ ਇਹਨੂੰ ਖਤਰਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀਗਾ। ਫਿਰ ਕੁਝ ਹੋਰ ਜਿਹੜੇ ਖਾਸ ਮੁੱਦੇ ਆ ਜਿਨ੍ਹਾਂ ਉੱਤੇ ਲੈ ਕੇ ਕੰਜ਼ਰਵੇਟਿਵ ਜਿਹੜੀ ਆ ਥੋੜੀ ਜੀ ਸਖਤ ਨਜ਼ਰ ਆਉਂਦੀ ਆ। ਸੋ ਐਰਨ ਓਟੂਲ ਨੇ ਇਸ ਵਾਰ ਕੋਸ਼ਿਸ਼ ਕੀਤੀ ਆ ਕਿ ਇੱਕ ਵੱਖਰੀ ਅਪਰੋਚ ਲੈ ਕੇ ਜਿਹੜੀ ਆ ਉਹ ਅੱਗੇ ਤੁਰੇ ਨੇ ਔਰ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਹੁਣ ਪਹਿਲਾਂ ਵਾਲੀ ਪਾਰਟੀ ਨਹੀਂ ਰਹੀ। ਉਹਨਾਂ ਨੇ ਸ਼ਬਦ ਵੀ ਵਰਤਿਆ ਕਿ ਜਿਹੜੀ ਇਹ ਡੈਡਸ ਦੀ ਪਾਰਟੀ ਜਿਹੜੀ ਐਨੀਮੋਰ ਹੁਣ ਨਹੀਂ ਰਹੀ। ਇਹ ਇਸ ਤਰੀਕੇ ਦਾ ਕੁਝ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਸੀ, ਇਹ ਸੁਨੇਹਾ ਵੀ ਦਿੱਤਾ। ਸੋ ਲੋਕਾਂ ਨੂੰ ਸਾਡੇ ਕੋਲੋਂ ਡਰਨ ਦੀ ਲੋੜ ਨਹੀਂ, ਜਿਨ੍ਹਾਂ ਮੁੱਦਿਆਂ ਤੇ ਲੋਕ ਕੁਝ ਮੁੱਦਿਆਂ ਤੇ ਡਰਦੇ ਨੇ। ਇਸ ਮੁੱਦਿਆਂ ਨੂੰ ਲੈ ਕੇ ਕਿ ਕੁਝ ਨਵੀਂ ਅਪਰੋਚ ਜਿਹੜੀ ਆ ਉਹ ਅਪਣਾਈ ਜਾ ਰਹੀ ਆ ਕੰਜ਼ਰਵੇਟਿਵ ਪਾਰਟੀ ਦੀ ਵਿਚਾਰਧਾਰਾ ਨਾਲ। ਸੋ ਉਹਨੂੰ ਲੈ ਕੇ ਪਹਿਲਾਂ ਹੀ ਕੁਝ ਲੋਕ ਜਿਹੜੇ ਉਹ ਔਖੇ ਸੀਗੇ। ਸੋ ਹੁਣ ਜਦੋਂ ਹਾਰ ਹੋਈ ਆ, ਹਾਲਾਂਕਿ ਮੰਨਣਾ ਇਹ ਆ ਕਿ ਜਿੰਨੀ ਉਮੀਦ ਨਹੀਂ ਕੀਤੀ ਜਾ ਰਹੀ ਸੀ ਉਦੋਂ ਵੱਧ ਜਿਹੜਾ ਵਾ ਉਹਨਾਂ ਨੇ ਸਖਤ ਮੁਕਾਬਲਾ ਜਸਟਿਨ ਟਰੂਡੋ ਨੂੰ ਦਿੱਤਾ। ਜਸਟਿਨ ਟਰੂਡੋ ਜਿਹੜੇ ਆ ਉਹ ਇੱਕ ਵਾਰ ਜਿਹੜੇ ਉਹ ਜਿੱਤ ਤੋਂ ਜਿਹੜੇ ਉਹਨਾਂ ਨੂੰ ਪਿੱਛੇ ਰੱਖਿਆ, ਮੈਜੋਰਟੀ ਗਵਰਨਮੈਂਟ ਉਹਨਾਂ ਦੀ ਨਹੀਂ ਬਣ ਸਕੀ ਔਰ ਬਹੁਤਾ ਸਮਾਂ ਵੀ ਕੋਈ ਐਰਨ ਓਟੂਲ ਨੂੰ ਨਹੀਂ ਮਿਲਿਆ ਸਿਆਸਤ ਕਰਦਾ, ਕਿਉਂਕਿ ਕੋਵਿਡ ਦੇ ਸਮੇਂ ਦੌਰਾਨ ਉਹ ਪਾਰਟੀ ਦੇ ਪ੍ਰੈਜ਼ੀਡੈਂਟ ਬਣੇ। ਲੋਕ ਉਹਨਾਂ ਨੂੰ ਬਹੁਤਾ ਜਾਣਦੇ ਨਹੀਂ ਸੀਗੇ। ਸੋ ਹੁਣ ਇਲੈਕਸ਼ਨ ਕੰਪੇਨ ਸ਼ੁਰੂ ਹੋਈ, ਲੋਕਾਂ ਨੇ ਜਾਣਨਾ ਵੀ ਸ਼ੁਰੂ ਕੀਤਾ। ਸੋ ਲੱਗਦਾ ਕਿ ਕੋਈ ਬਹੁਤਾ ਖਤਰਾ ਨਹੀਂ ਹੈ। ਰਿਵਿਊ ਜ਼ਰੂਰ ਹੋ ਸਕਦੀ ਹੈ ਪਰ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਿਆ ਜਾਵੇਗਾ। ਸੋ ਦੇਖਦੇ ਆ ਕਿ ਕੀ ਬਣਦਾ ਆ, ਪਰ ਲੱਗਦਾ ਹੈ ਕਿ ਸ਼ਾਇਦ ਉਹ ਆਪਣੀ ਲੀਡਰਸ਼ਿਪ ਤੇ ਬਰਕਰਾਰ ਰਹਿਣਗੇ। ਬਾਕੀ ਦੇਖਦੇ ਆ ਪਾਰਟੀ ਕੀ ਫੈਸਲਾ ਕਰਦੀ ਹੈ, ਪਰ ਹਾਲੇ ਕੋਈ ਐਡੀ ਜਲਦੀ ਇਹ ਫੈਸਲਾ ਨਹੀਂ ਹੋਣਾ। ਇਹਨਾਂ ਚੀਜ਼ਾਂ ਨੂੰ ਵੀ ਕੁਝ ਮਹੀਨਿਆਂ ਦਾ ਸਮਾਂ ਜਿਹੜਾ ਉਹ ਲੱਗ ਜਾਵੇਗਾ। ਸੋ ਮਨਦੀਪ ਜੀ, ਇੱਕ ਹੋਰ ਕਾਫੀ ਜਿਹੜੀ ਚੰਗੀ ਖਬਰ ਭਾਰਤੀ ਯਾਤਰੀਆਂ ਦੇ ਵਾਸਤੇ ਕੈਨੇਡਾ ਤੋਂ ਆਈ ਹੈ। ਹੁਣ ਸਿੱਧੀਆਂ ਉਡਾਨਾਂ ਮੁੜ ਤੋਂ ਚਲਾਈਆਂ ਜਾ ਰਹੀਆਂ ਨੇ। ਜਦੋਂ ਬੰਦ ਕੀਤੀਆਂ ਸੀ ਉਡਾਨਾਂ ਤਾਂ ਭਾਰਤ ਤੋਂ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਸਾਹਮਣੇ ਆ ਰਹੀ ਸੀ। ਕਈ ਤਰ੍ਹਾਂ ਦੇ ਸਵਾਲ ਸਾਹਮਣੇ ਆ ਰਹੇ ਨੇ। ਦਰਸ਼ਕ ਪੁੱਛਦੇ ਨੇ ਕਿ ਕਿਹੜੀ ਜਿਹੜੀ ਵੈਕਸੀਨ ਹੈ ਉਸ ਨੂੰ ਕੈਨੇਡਾ ਦੇ ਵਿੱਚ ਮਾਨਤਾ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਜਿਹੜੇ ਕੋਵਿਸ਼ੀਲਡ ਵੈਕਸੀਨ ਜਿਨ੍ਹਾਂ ਨੇ ਲਵਾਈ ਹੈ ਉਸ ਨੂੰ ਕੈਨੇਡਾ ਦੇ ਵਿੱਚ ਮਾਨਤਾ ਮਿਲੀ ਹੋਈ ਹੈ।
ਪਰ ਮਨਦੀਪ ਜੀ ਫਿਰ ਵੀ ਬਹੁਤ ਸਾਰੇ ਸਵਾਲ ਨੇ, ਦਰਸ਼ਕ ਜਾਨਣਾ ਚਾਹੁੰਦੇ ਨੇ ਕਿ ਇਹਨਾਂ ਉਡਾਨਾਂ ਦੀ ਸ਼ੁਰੂਆਤ ਕਦੋਂ ਹੋਵੇਗੀ, ਕਦੋਂ ਟੈਸਟ ਕਰਵਾਉਣਾ ਹੋਵੇਗਾ, ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੋਵੇਗੀ, ਕਿਵੇਂ ਉਹ ਕੈਨੇਡਾ ਆ ਸਕਦੇ ਨੇ। ਬਹੁਤ ਸਾਰੇ ਸਵਾਲ ਨੇ। ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਕਿ ਜਿਹੜੀਆਂ ਉਡਾਨਾਂ ਨੇ ਉਹ ਸਿੱਧੀਆਂ ਉਡਾਨਾਂ ਰੈਗੂਲਰ ਕਦੋਂ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ। ਬਿਲਕੁਲ, ਕਿਉਂਕਿ ਇਲੈਕਸ਼ਨ ਦੇ ਦੌਰਾਨ ਜਿਹੜਾ ਅਸੀਂ ਕੋਈ ਅਨਾਉਂਸਮੈਂਟ ਨਹੀਂ ਹੋਈ ਤੇ 20 ਤਰੀਕ ਨੂੰ ਵੋਟਾਂ ਸੀ, 21 ਤੱਕ ਇਹ ਬੈਨ ਲੱਗਾ ਹੋਇਆ ਸੀਗਾ। ਸੋ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਜਿੱਦਣ ਇਲੈਕਸ਼ਨ ਓਵਰ ਹੋਣਗੀਆਂ ਤਾਂ ਉਸ ਤੋਂ ਬਾਅਦ ਹੀ ਕੋਈ ਐਲਾਨ ਹੋ ਸਕਦਾ। ਔਰ 21 ਨੂੰ ਜਿਹੜਾ ਫਿਰ ਨਵੀਂ ਜਿਹੜੀ ਇੱਕ ਸਟੇਟਮੈਂਟ ਆਈ ਸਰਕਾਰ ਵੱਲੋਂ, ਟਵੀਟ ਕੀਤਾ ਗਿਆ, ਉਸ ਟਵੀਟ ਦੇ ਵਿੱਚ ਇੱਕ ਸਟੇਟਮੈਂਟ ਵੀ ਜਿਹੜੀ ਉਹ ਜਾਰੀ ਕੀਤੀ ਗਈ ਔਰ ਉਹਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਅਸੀਂ ਐਕਸਟੈਂਸ਼ਨ ਜਿਹੜੀ ਆ ਉਹ ਵਧਾ ਰਹੇ ਹਾਂ। ਪਰ ਉਹਦੇ ਵਿੱਚ ਨਾਲ ਸਰਕਾਰ ਨੇ ਇਹ ਵੀ ਦੱਸ ਦਿੱਤਾ ਕਿ ਅਸੀਂ ਐਕਸਟੈਂਸ਼ਨ ਸਿਰਫ ਤੇ ਸਿਰਫ ਤਿਆਰੀ ਕਰਨ ਲਈ ਵਧਾ ਰਹੇ ਹਾਂ। ਹਾਲਾਂਕਿ ਉਸ ਦਿਨ ਇੱਕ ਫਲਾਈਟ ਆਲਰੇਡੀ ਜਿਹੜੀ ਆ ਉਹ ਇੰਡੀਆ ਤੋਂ ਜਿਹੜੀ ਉਹ ਕੈਨੇਡਾ ਆ ਚੁੱਕੀ ਸੀ ਔਰ ਜਿਸ ਦਿਨ ਇਹ ਬਿਆਨ ਆਇਆ ਉਸ ਦਿਨ ਵੀ ਲਗਭਗ 3 ਫਲਾਈਟਾਂ ਜਿਹੜੀਆਂ ਉਹ ਕੈਨੇਡਾ ਤੋਂ ਆਉਣੀਆਂ ਸੀ, ਪਰ ਜਿਹੜੀਆਂ ਰੈਗੂਲਰ ਫਲਾਈਟਾਂ ਆ ਉਹ ਨਹੀਂ ਆਉਣੀਆਂ ਸੀਗੀਆਂ। ਸੋ ਹੁਣ ਇਹ ਕਿਹਾ ਜਾ ਰਿਹਾ ਕਿ 26 ਤਰੀਕ ਤੱਕ ਰੋਕਿਆ, 26 ਸਤੰਬਰ ਤੱਕ, 27 ਤਰੀਕ ਤੋਂ ਜਿਹੜੀਆਂ ਉਹ ਰੈਗੂਲਰ ਫਲਾਈਟਾਂ ਸ਼ੁਰੂ ਹੋ ਸਕਦੀਆਂ ਨੇ। ਪਰ ਉਹਦੇ ਵਿੱਚ ਇੱਕ ਥੋੜਾ ਜਿਹਾ ਇਹ ਵੀ ਸਸਪੈਂਸ ਰੱਖਿਆ ਗਿਆ ਕਿ ਜਿਹੜੀਆਂ 22 ਸਤੰਬਰ ਨੂੰ ਭਾਰਤ ਤੋਂ 3 ਫਲਾਈਟਾਂ ਆਉਣੀਆਂ ਸੀ, ਕਹਿੰਦੇ ਵੀ ਉਹਦੇ ਉੱਤੇ ਜਿਹੜੀ ਥੋੜੀ ਜਿਹੀ ਅਸੀਂ ਨਜ਼ਰਸਾਨੀ ਵੀ ਕਰਾਂਗੇ। ਉੱਥੋਂ ਜਿਹੜੇ ਲੋਕ ਆਉਣਗੇ ਇਹਨਾਂ ਫਲਾਈਟਾਂ 'ਚ ਉਹਨਾਂ ਸਾਰਿਆਂ ਦੇ ਕੋਵਿਡ ਟੈਸਟ ਵੀ ਹੋਣਗੇ। ਸੋ ਉਹਦੇ ਨਤੀਜਿਆਂ ਉੱਤੇ ਵੀ ਨਿਰਭਰ ਕਰੇਗਾ ਕਿ ਜਿਹੜੀਆਂ ਫਲਾਈਟਾਂ ਨੇ ਉਹ ਰੈਗੂਲਰ ਚੱਲਣਗੀਆਂ ਪਰ ਕਿ ਨਹੀਂ ਚੱਲਣਗੀਆਂ। ਪਰ ਹੁਣ ਲਗਭਗ ਸੰਭਾਵਨਾ ਇਹੀ ਹੈ ਕਿ 27 ਤਰੀਕ ਤੋਂ ਜਿਹੜੀਆਂ ਫਲਾਈਟਾਂ ਪਹਿਲਾਂ ਵਾਂਗ ਸ਼ੁਰੂ ਹੋ ਰਹੀਆਂ ਨੇ। ਔਰ ਇਹਦੇ ਵਿੱਚ ਪਰ ਸ਼ਰਤਾਂ ਜਿਹੜੀਆਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ, ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਤੁਸੀਂ ਥਰਡ ਕੰਟਰੀ ਤੋਂ ਆ ਰਹੇ ਹੋ, ਤੁਹਾਡੇ ਕੋਲ ਉੱਥੋਂ ਦੀ 72 ਘੰਟੇ ਪੁਰਾਣੀ ਤੁਹਾਡੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਆ। ਔਰ ਇਹਦੇ ਨਾਲ ਕੁਝ ਹੋਰ ਸ਼ਰਤਾਂ ਜਿਹੜੀਆਂ ਉਹ ਰੱਖੀਆਂ ਗਈਆਂ ਸੀ। ਹੁਣ ਜਿਹੜੀਆਂ ਸ਼ਰਤਾਂ ਨੇ ਉਹਦੇ ਵਿੱਚ ਥੋੜੀ ਤਬਦੀਲੀ ਕੀਤੀ ਗਈ ਆ। ਇੱਕ ਤਾਂ ਉਹੀ ਆ ਕਿ ਪਹਿਲੀ ਗੱਲ ਇਹ ਆ ਕਿ ਤੁਹਾਡੇ ਵੈਕਸੀਨ ਲੱਗੀ ਹੋਣੀ ਚਾਹੀਦੀ ਆ। ਵੈਕਸੀਨ ਉਹ ਲੱਗੀ ਹੋਣੀ ਚਾਹੀਦੀ ਆ ਜਿਹੜੀ ਇੱਥੇ ਕੈਨੇਡਾ ਦੇ ਵਿੱਚ ਜਿਹਨੂੰ ਹੈਲਥ ਕੈਨੇਡਾ ਨੇ ਮਨਜ਼ੂਰੀ ਦਿੱਤੀ ਹੋਈ ਆ। ਸੋ ਤੁਸੀਂ ਦੱਸ ਦਿੱਤਾ ਕਿ ਭਾਰਤ 'ਚ ਜਿਹੜੀਆਂ ਵੈਕਸੀਨਸ ਲੱਗ ਰਹੀਆਂ ਨੇ ਉਹ 'ਚੋਂ ਕਿਹੜੀ ਇੱਥੇ ਮਨਜ਼ੂਰ ਆ। ਸੋ ਉਹ ਵੈਕਸੀਨੇਸ਼ਨ ਦੀ ਜਿਹੜੀ ਡਿਟੇਲ ਆ, ਉਹਦਾ ਸਰਟੀਫਿਕੇਟ ਆ, ਅਰਾਈਵ ਕੈਨੇਡਾ ਜਿਹੜੀ ਅਰਾਈਵ ਕੈਨ ਐਪ ਆ ਕੈਨੇਡਾ ਦੀ, ਉਹਦੇ ਉੱਤੇ ਤੁਹਾਨੂੰ ਉਹਦੀ ਜਿਹੜੀ ਜਾਣਕਾਰੀ ਆ ਅਪਲੋਡ ਕਰਨੀ ਪਵੇਗੀ। ਇਸ ਤੋਂ ਇਲਾਵਾ ਜਦੋਂ ਤੁਸੀਂ ਦਿੱਲੀ ਏਅਰਪੋਰਟ ਤੇ ਪਹੁੰਚਦੇ ਹੋ, ਆਪਾਂ ਉਦਾਹਰਨ ਦੇ ਤੌਰ ਦੱਸ ਰਹੇ ਹਾਂ, ਉੱਥੇ ਇੰਟਰਨੈਸ਼ਨਲ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡਾ ਆ, ਉੱਥੇ ਵੀ ਜਿਹੜਾ ਵਾ ਟੈਸਟ ਹੋ ਰਹੇ ਨੇ ਇਸ ਵਕਤ। ਸੋ ਉੱਥੋਂ ਜਿਹੜੀ ਤੁਹਾਨੂੰ ਇੱਕ ਰਿਪੋਰਟ ਚਾਹੀਦੀ ਆ ਲਗਭਗ ਕੈਨੇਡਾ ਦਾਖਲ ਹੋਣ ਤੋਂ 18 ਘੰਟੇ ਪਹਿਲਾਂ ਦੀ, ਕਿਉਂਕਿ ਜੇਕਰ ਅਸੀਂ ਡਾਇਰੈਕਟ ਫਲਾਈਟ ਦੇ ਜ਼ਰੀਏ ਉੱਥੋਂ ਦਿੱਲੀ ਤੋਂ ਜਿਹੜੀ ਸਿੱਧੀ ਆਉਂਦੀ ਆ ਤਾਂ ਲਗਭਗ ਉਹ 13 ਘੰਟਿਆਂ ਵਿੱਚ ਇੱਥੇ ਕੈਨੇਡਾ ਪਹੁੰਚ ਜਾਂਦੀ ਆ। ਸੋ ਜਦੋਂ ਤੁਸੀਂ ਏਅਰਪੋਰਟ ਦੇ ਵਿੱਚ ਪਹੁੰਚਦੇ ਹੋ ਤਾਂ ਉੱਥੇ ਤੁਹਾਡੇ ਕੋਲ ਉਸੇ ਦੌਰਾਨ ਉੱਥੇ ਹੋਇਆ ਟੈਸਟ ਹੋਣਾ ਚਾਹੀਦਾ ਆ। ਸੋ ਉੱਥੇ ਏਅਰਪੋਰਟ ਤੇ ਤੁਸੀਂ ਟੈਸਟ ਕਰਾਓਗੇ, ਉਹਦੀ ਨੈਗੇਟਿਵ ਰਿਪੋਰਟ ਲੈ ਕੇ ਇੱਥੇ ਆਓਗੇ। ਸੋ ਉਸ ਤੋਂ ਬਾਅਦ ਤੁਹਾਨੂੰ ਕੈਨੇਡਾ ਆਉਣ ਦੀ ਆ ਜਿਹੜੀ ਉਹ ਮਨਜ਼ੂਰੀ ਮਿਲੇਗੀ। ਸੋ ਇਸ ਤਰੀਕੇ ਨਾਲ ਜਿਹੜੀਆਂ ਡਾਇਰੈਕਟ ਫਲਾਈਟਾਂ ਸ਼ੁਰੂ ਹੋ ਰਹੀਆਂ ਨੇ। ਸੋ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਜਿਹੜੀਆਂ ਵਾ ਉਹ ਪਹਿਲਾਂ ਵਾਂਗ ਜਿੱਦਾਂ ਲੋਕ ਆ ਜਾ ਸਕਣਗੇ, ਆਪਣੇ ਰਿਸ਼ਤੇਦਾਰਾਂ ਨੂੰ, ਪਰਿਵਾਰਾਂ ਨੂੰ ਮਿਲ ਸਕਣਗੇ। ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਨੇ ਜਿਨ੍ਹਾਂ ਦੀਆਂ ਉੱਥੇ ਮੈਨੂੰ ਲੱਗਦਾ ਕਿ 2-2 3-3 ਸਮੈਸਟਰ ਵੀ ਲਗਭਗ ਉੱਥੇ ਨਿਕਲ ਚੱਲੇ ਨੇ। ਸੋ ਬਹੁਤ ਸਾਰੇ ਲੋਕ ਜਿਹੜੇ ਵਰਕ ਪਰਮਿਟ ਤੇ ਵੀ ਨੇ ਉਹ ਵੀ ਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਆਪਣੇ ਪਰਿਵਾਰਾਂ ਨੂੰ ਲੋਕ ਮਿਲਣਾ ਚਾਹੁੰਦੇ ਨੇ। ਸੋ ਉਹਨਾਂ ਲਈ ਇੱਕ ਚੰਗੀ ਖਬਰ ਹੈ ਕਿ 27 ਤਰੀਕ ਤੋਂ ਰੈਗੂਲਰ ਫਲਾਈਟਾਂ ਸ਼ੁਰੂ ਹੋਣ ਜਾ ਰਹੀਆਂ ਨੇ। ਜੀ ਇੱਕ ਹੋਰ ਸਵਾਲ ਪੁੱਛਿਆ ਜਾਂਦਾ ਹੈ ਕਿ ਭਾਰਤ ਤੋਂ ਹੁਣ ਜਿਹੜੇ ਯਾਤਰੀ ਨੇ ਕਿਹੜੇ ਵੀਜ਼ਾ ਵਾਲੇ ਆ ਸਕਦੇ ਨੇ। ਕੈਨੇਡਾ ਵੱਲੋਂ ਭਾਰਤ ਦੇ ਨਾਲ ਸਿੱਧੀਆਂ ਉਡਾਨਾਂ ਹੁਣ ਖੋਲੀਆਂ ਗਈਆਂ ਨੇ, ਪਰ ਯਾਤਰੀਆਂ ਨੂੰ ਰਾਹਤ ਦੇਣ ਸੰਬੰਧੀ ਉਹਨਾਂ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ। ਸਵਾਲ ਇਹ ਵੀ ਹੈ ਕਿ ਜਿਹੜੇ ਵਿਜ਼ਿਟਰ ਵੀਜ਼ਾ ਵਾਲੇ ਨੇ ਉਹ ਆ ਸਕਦੇ ਨੇ, ਇਹ ਵੀ ਲਗਾਤਾਰ ਸਾਨੂੰ ਸਵਾਲ ਪੁੱਛਿਆ ਜਾਂਦਾ ਹੈ। ਬਿਲਕੁਲ ਜੀ, ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੀ ਡਿਟੇਲ ਜਾਰੀ ਕੀਤੀ ਗਈ ਉਹ 'ਚ ਇਹ ਕਿਹਾ ਗਿਆ ਕਿ ਜਿਹੜੇ ਫੋਰਨ ਟਰੈਵਲਰਸ ਆ, ਭਾਵ ਕਿ ਜਿਹੜੇ ਵਿਦੇਸ਼ੀ ਯਾਤਰੀ ਆ, ਸੋ ਵਿਦੇਸ਼ੀ ਯਾਤਰੀਆਂ ਦੇ ਵਿੱਚ ਇਹੀ ਆਉਂਦਾ ਆ ਕਿ ਜਿਨ੍ਹਾਂ ਕੋਲ ਵਿਜ਼ਟਰ ਵੀਜ਼ੇ ਨੇ, ਕਿਉਂਕਿ ਪਹਿਲਾਂ ਨਾਨ ਐਸੈਂਸ਼ੀਅਲ ਜਿਹੜਾ ਟਰੈਵਲ ਸੀ ਉਹ ਬੰਦ ਕੀਤਾ ਗਿਆ ਸੀ। ਸੋ ਹੁਣ ਨਾਨ ਐਸੈਂਸ਼ੀਅਲ ਟਰੈਵਲ ਜਿਹੜਾ ਉਹ ਖੋਲ੍ਹ ਦਿੱਤਾ ਗਿਆ ਵਾ। ਸੋ ਦਾ ਮਤਲਬ ਇਹੀ ਹੈ ਕਿ ਜਿਹੜੇ ਵਿਜ਼ਟਰ ਵੀਜ਼ਾ ਤੇ ਨੇ, ਜਿਹੜੇ ਆਪਣੇ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਨੇ ਜਾਂ ਜਿਹੜੇ ਘੁੰਮਣ ਫਿਰਨ ਆਉਣਾ ਚਾਹੁੰਦੇ ਨੇ, ਸੋ ਉਹਨਾਂ ਨੂੰ ਜਿਹੜੀਆਂ ਹਦਾਇਤਾਂ ਆ ਉਹਨਾਂ ਦਾ ਪਾਲਣ ਕਰਨਾ ਪਵੇਗਾ। ਸੋ ਜੇਕਰ ਉਹ ਸਾਰੀਆਂ ਹਦਾਇਤਾਂ ਮੰਨਦੇ ਨੇ, ਉਹਨਾਂ ਦੇ ਵੈਕਸੀਨ ਲੱਗੀ ਹੋਈ ਆ, ਔਰ ਵੈਕਸੀਨ ਲੱਗੀ ਹੋਈ ਨੂੰ ਵੀ ਜਿਹੜਾ 14 ਦਿਨ ਹੋਏ ਹੋਣੇ ਜ਼ਰੂਰੀ ਨੇ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਹੋਈਆਂ ਹੋਣਗੀਆਂ ਤਾਂ ਬੇਟੋਕ ਜਿਹੜੇ ਉਹ ਇੱਥੇ ਆ ਸਕਦੇ ਨੇ। ਸੋ ਇਸ ਤਰੀਕੇ ਨਾਲ ਅਸੀਂ ਹੁਣ ਕਹਿ ਸਕਦੇ ਹਾਂ ਕਿ ਜਿਹੜੇ ਵਿਜ਼ਟਰ ਵੀਜ਼ਾ ਵਾਲੇ ਆ, ਕਿਉਂਕਿ ਪਹਿਲਾਂ ਮੈਂ ਜਾਣਕਾਰੀ ਤਾਂ ਦੇ ਦਿੱਤੀ ਸੀ ਕਿ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉੱਥੋਂ ਕਲਾਸਾਂ ਲਾ ਰਹੇ ਨੇ, ਜਿਨ੍ਹਾਂ ਦੇ ਵੀਜ਼ੇ ਲੱਗੇ ਨੇ, ਉਹ ਆ ਸਕਦੇ ਨੇ, ਵਰਕ ਪਰਮਿਟ ਵਾਲੇ ਆ ਸਕਦੇ ਨੇ। ਜਿਹੜੇ ਕੁਝ ਲੋਕ ਤਾਂ ਇੱਦਾਂ ਦੇ ਵਿੱਚ ਜਿਹੜੇ ਸਿਟੀਜ਼ਨਸ਼ਿਪ ਲੈ ਕੇ
ਇੰਡੀਆ ਬੈਠੇ ਸੀਗੇ, ਕਿਉਂਕਿ ਉਹ ਇਨਡਾਇਰੈਕਟ ਰੂਟ ਜਿਹੜੇ ਆ ਉਹਨਾਂ ਦੁਆਰਾ ਖੱਜਲ ਖੁਆਰੀ ਬਹੁਤ ਜ਼ਿਆਦਾ ਹੋ ਰਹੀ ਸੀ। ਕਿਤੇ ਮੈਕਸੀਕੋ ਵਿੱਚ ਵੀ ਖੱਜਲ ਖੁਆਰੀ ਹੋ ਰਹੀ ਸੀ, ਉੱਥੋਂ ਫਲੈਟਾਂ ਨਹੀਂ ਮਿਲ ਰਹੀਆਂ ਸੀ ਔਰ ਉੱਥੇ ਕਈਆਂ ਨੂੰ ਕੁਆਰੰਟਾਈਨ ਕਰਨ ਲਈ ਵੀ ਕਿਹਾ ਗਿਆ। ਫਿਰ ਸਰਬੀਆ ਦੇ ਵਿੱਚ ਵੀ ਖੱਜਲ ਖੁਆਰੀ ਹੋਈ, ਹੋਰਨਾਂ ਮੁਲਕਾਂ ਰਾਹੀਂ ਜਿੱਥੋਂ ਆਉਂਦੇ ਸੀ ਉੱਥੋਂ ਵੀ ਖੱਜਲ ਖੁਆਰੀ ਹੋਈ। ਸੋ ਉਹ ਵੀ ਹੁਣ ਜਿਹੜੇ ਉੱਥੇ ਫਸੇ ਬੈਠੇ ਨੇ ਉਹ ਵੀ ਆ ਸਕਦੇ ਨੇ, ਕਿਉਂਕਿ ਹੁਣ ਬਿਲਕੁਲ ਡਾਇਰੈਕਟ ਫਲਾਈਟਾਂ ਖੁੱਲ੍ਹ ਗਈਆਂ ਨੇ ਤੇ ਦਿੱਲੀ ਤੋਂ ਜਦੋਂ ਫਲਾਈਟ ਉੱਡੇਗੀ ਤਾਂ 12-13 ਘੰਟਿਆਂ 'ਚ ਇੱਥੇ ਫਲਾਈਟ ਲੱਗ ਜਾਂਦੀ ਹੈ। ਸੋ ਇਸ ਕਰਕੇ ਇਹਨਾਂ ਸਾਰਿਆਂ ਲਈ ਇਹ ਇੱਕ ਚੰਗੀ ਖਬਰ ਹੈ। ਜੀ ਬਿਲਕੁਲ। ਸੋ ਮਨਦੀਪ ਜੀ, ਇੱਕ ਹੋਰ ਜਿਹੜੀ ਕੈਨੇਡਾ ਤੋਂ ਅੱਜ ਖਬਰ ਸਾਹਮਣੇ ਆਈ ਹੈ, ਓਨਟਾਰੀਓ ਵੱਲੋਂ ਜੋ ਪ੍ਰੂਫ ਆਫ ਵੈਕਸੀਨੇਸ਼ਨ ਦਾ ਐਲਾਨ ਕੀਤਾ ਗਿਆ ਸੀ ਪ੍ਰੋਵਿੰਸ ਦੇ ਵਿੱਚ, ਇਹ ਜਿਹੜਾ ਪ੍ਰੂਫ ਆਫ ਵੈਕਸੀਨੇਸ਼ਨ ਹੈ ਅੱਜ ਤੋਂ ਲਾਗੂ ਹੋ ਗਿਆ। ਜਦੋਂ ਪ੍ਰੀਮੀਅਰ ਨੇ ਐਲਾਨ ਕੀਤਾ ਸੀ, ਸਖਤੀਆਂ ਵੀ ਉਹਨਾਂ ਨੇ ਦੱਸੀਆਂ ਸੀ, ਪਰ ਜਿੱਥੇ ਰਾਹਤ ਦਿੱਤੀ ਜਾ ਰਹੀ ਸੀ ਉਹ ਵੀ ਉਹਨਾਂ ਨੇ ਦੱਸਿਆ ਸੀ ਕਿ ਜੇਕਰ ਕੋਈ ਵਾਸ਼ਰੂਮ ਦੀ ਵਰਤੋਂ ਕਰਨ ਦੇ ਵਾਸਤੇ ਕਿਸੇ ਹੋਟਲ ਦੇ ਵਿੱਚ ਜਾਂਦਾ ਹੈ, ਰੈਸਟੋਰੈਂਟ ਦੇ ਵਿੱਚ ਜਾਂਦਾ ਹੈ, ਬਾਰ ਦੇ ਵਿੱਚ ਜਾਂਦਾ ਹੈ, ਤਾਂ ਉੱਥੇ ਉਸਨੂੰ ਪ੍ਰੂਫ ਆਫ ਵੈਕਸੀਨੇਸ਼ਨ ਨਹੀਂ ਦਿਖਾਉਣੀ ਪਵੇਗੀ। ਪਰ ਓਨਟਾਰੀਓ ਵੱਲੋਂ ਜੋ ਇਹ ਨਵਾਂ ਸਿਸਟਮ ਲਾਗੂ ਕੀਤਾ ਗਿਆ, ਇਸ ਦੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ? ਬਿਲਕੁਲ, ਕਿਉਂਕਿ ਪ੍ਰੂਫ ਆਫ ਵੈਕਸੀਨੇਸ਼ਨ ਨੂੰ ਜਿਹੜਾ ਵਾ ਉਹ ਵੱਖ-ਵੱਖ ਸੂਬੇ ਲਾਗੂ ਕਰ ਰਹੇ ਨੇ। ਸੋ ਵੱਡੇ ਹੁਣ ਤੱਕ ਜਿਹੜੇ ਸੂਬੇ ਨੇ, ਕਿਊਬਕ ਆ, ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਹੁਣ ਤਾਂ ਅਲਬਰਟਾ ਨੇ ਪਹਿਲਾਂ ਆਨਾਕਾਨੀ ਕੀਤੀ ਸੀ ਜਦੋਂ ਹਾਲਾਤ ਵਿਗੜ ਗਏ ਤਾਂ ਉੱਥੇ ਉਹਨਾਂ ਨੇ ਵੀ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਵਾ ਉਹ ਸ਼ੁਰੂ ਕਰ ਦਿੱਤਾ। ਐਟਲਾਂਟਿਕ ਕੈਨੇਡਾ ਦੇ ਵਿੱਚ ਵੀ ਕੁਝ ਸੂਬੇ ਜਿਹੜੇ ਇਸ ਪਾਸੇ ਨੂੰ ਤੁਰੇ ਹੋਏ ਨੇ। ਹਾਲਾਂਕਿ ਉੱਧਰ ਜਿਹੜੀ ਕਰੋਨਾ ਦੀ ਮਾਰ ਸੀ ਉਹ ਕਾਫੀ ਘੱਟ ਰਹੀ ਸੀ, ਪਰ ਓਨਟਾਰੀਓ ਤੇ ਕਿਊਬਕ ਅਜਿਹੇ ਸੂਬੇ ਸੀ ਜਿੱਥੋਂ ਸਭ ਤੋਂ ਵੱਧ ਮਾਮਲੇ ਜਿਹੜੇ ਨਿਕਲ ਕੇ ਸਾਹਮਣੇ ਆਏ ਸੀ। ਤਾਂ ਦੋਨਾਂ ਸੂਬਿਆਂ ਵਿੱਚ ਕਾਫੀ ਜਾਨੀ ਨੁਕਸਾਨ ਵੀ ਹੋਇਆ। ਸੋ ਹੁਣ ਉੱਥੇ ਪ੍ਰੂਫ ਆਫ ਵੈਕਸੀਨੇਸ਼ਨ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਜਾ ਰਹੀ ਆ ਔਰ ਜਿਹੜੇ ਡਕਫੋਰਡ ਉੱਥੋਂ ਦੇ ਪ੍ਰੀਮੀਅਰ ਨੇ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਪ੍ਰੂਫ ਆਫ ਵੈਕਸੀਨੇਸ਼ਨ ਇੱਕ ਇੱਦਾਂ ਦਾ ਮੌਕਾ ਆ ਕਿ ਅਸੀਂ ਇੱਕ ਹੋਰ ਕਹਿੰਦੇ ਅਣਚਾਹੇ ਲੋਕਡਾਊਨ ਤੋਂ ਬਚ ਸਕਦੇ ਹਾਂ। ਸੋ ਇਹ ਜਿਹੜਾ ਬਿਆਨ ਆ, ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਲਈ ਵੀ ਆ ਜਿਹੜੇ ਨੌਕਰੀਆਂ ਕੰਮਾਂ ਤੇ ਜਾਣਾ ਚਾਹੁੰਦੇ ਨੇ, ਜਿਹੜੇ ਲਾਕਡਾਊਨ ਤੋਂ ਡਰਦੇ ਨੇ, ਔਰ ਇਸ ਕਰਕੇ ਉਹਨਾਂ ਨੂੰ ਪ੍ਰੇਰਿਤ ਕਰਦਾ ਵੀ ਭਾਈ ਪ੍ਰੂਫ ਆਫ ਵੈਕਸੀਨੇਸ਼ਨ ਦਾ ਸਾਥ ਦਿਓ, ਵੈਕਸੀਨ ਲਵਾਓ। ਔਰ ਜਿਹੜੇ ਖਾਸ ਕਰਕੇ ਬਿਜ਼ਨਸ ਨੇ ਜੋ ਕਿ ਲਾਕਡਾਊਨ ਤੋਂ ਬਾਅਦ ਖੁੱਲੇ ਨੇ, ਜਿਨ੍ਹਾਂ ਨੂੰ ਕਾਫੀ ਘਾਟਾ ਪਿਆ, ਉਹ ਸਖਤੀ ਨਾਲ ਜਿਹੜੇ ਆ ਇਹਨਾਂ ਹੁਕਮਾਂ ਦੀ ਪਾਲਣਾ ਕਰਨਗੇ, ਕਿਉਂਕਿ ਅਸਲ ਦੇ ਵਿੱਚ ਫਿਰ ਚੈੱਕ ਤਾਂ ਉਹੀ ਕਰਨਗੇ ਪ੍ਰੂਫ ਆਫ ਵੈਕਸੀਨੇਸ਼ਨ ਤੇ ਪਹਿਰਾ ਤਾਂ ਉਹਨਾਂ ਨੇ ਦੇਣਾ। ਉਹਨਾਂ ਦੇ ਜਿਹੜੇ ਕਸਟਮਰ ਹੋਣਗੇ ਉਹ ਉਹਨਾਂ ਦੇ ਜਦੋਂ ਪ੍ਰੂਫ ਆਫ ਵੈਕਸੀਨੇਸ਼ਨ ਦੇ ਕਾਰਡ ਉਹਨਾਂ ਦਾ ਜਿਹੜਾ ਚੈੱਕ ਕੀਤਾ ਜਾਵੇਗਾ। ਸੋ ਇਹ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਆ। ਹਾਲਾਂਕਿ ਉਹਨਾਂ ਦੀ ਪ੍ਰੋਟੈਕਸ਼ਨ ਲਈ ਵੀ ਜਿਹੜੇ ਉਹ ਕਾਨੂੰਨ ਤੇ ਨਿਯਮ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ। ਜੇਕਰ ਕੋਈ ਨਹੀਂ ਮੰਨਦਾ ਤਾਂ ਉਹਨੂੰ ਫਿਰ ਜੁਰਮਾਨਾ ਵੀ ਕੀਤਾ ਜਾਊਗਾ, ਹੋਰ ਵੀ ਕੁਝ ਉਸ ਤੋਂ ਅੱਗੇ ਵੀ ਜਿਹੜੀ ਕਾਰਵਾਈ ਕੀਤੀ ਜਾ ਸਕਦੀ ਆ। ਪਰ ਇਹਦੇ ਨਾਲ ਹੀ ਦਰਸ਼ਕਾਂ ਨੂੰ ਇਹ ਦੱਸ ਦਿੰਦੇ ਆ ਕਿ ਮੋਸਟਲੀ ਜਿਹੜੀਆਂ ਇਨਡੋਰ ਪਬਲਿਕ ਸਪੇਸਿਸ ਨੇ ਉੱਥੇ ਹੁਣੇ ਤੁਹਾਨੂੰ ਪ੍ਰੂਫ ਆਫ ਵੈਕਸੀਨੇਸ਼ਨ ਦਿਖਾਉਣਾ ਪਊਗਾ, ਖਾਸ ਕਰਕੇ ਜਿਮ ਨੇ, ਰੈਸਟੋਰੈਂਟ ਨੇ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ। ਔਰ ਖਾਸ ਕਰਕੇ ਜੇ ਕੋਈ ਸਪੋਰਟਸ ਇਵੈਂਟ ਹੋ ਰਿਹਾ ਜਾਂ ਉਹਦੇ ਵਿੱਚ ਕੁਝ ਲੋਕਾਂ ਨੂੰ ਜਿਵੇਂ 18 ਸਾਲ ਤੋਂ ਥੱਲੇ ਵਾਲੇ ਕੋਈ ਹੈਗੇ ਆ ਤਾਂ ਉਹਨਾਂ ਨੂੰ ਜਿਹੜੀ ਆ ਉੱਥੋਂ ਰਾਹਤ ਦਿੱਤੀ ਗਈ ਆ। ਜਾਂ ਵਿਆਹ ਤੇ ਸੰਸਕਾਰ ਤੇ ਕਿਤੇ ਜਾਣਾ ਤਾਂ ਉੱਥੇ ਰਾਹਤ ਦਿੱਤੀ ਗਈ ਆ ਕਿ ਉੱਥੇ ਦੀ ਲੋੜ ਨਹੀਂ। ਜਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜੇਕਰ ਕਿਸੇ ਨੇ ਵਾਸ਼ਰੂਮ ਯੂਜ਼ ਕਰਨਾ ਆ ਜਾਂ ਸਿਰਫ ਆਪਣਾ ਆਰਡਰ ਚੱਕਣ ਜਾਣਾ ਆ, ਟੇਕ ਆਊਟ ਕਰਨਾ ਆ, ਤਾਂ ਉਹਨੂੰ ਵੀ ਜਿਹੜੀ ਇਸ ਦੀ ਲੋੜ ਨਹੀਂ। ਪਰ ਜੇਕਰ ਤੁਸੀਂ ਉੱਥੇ ਡਾਈਨ ਇਨ ਕਰਨਾ ਰੈਸਟੋਰੈਂਟ ਦੇ ਵਿੱਚ ਤਾਂ ਫਿਰ ਤੁਹਾਨੂੰ ਜਿਹੜੀ ਪ੍ਰੂਫ ਆਫ ਵੈਕਸੀਨ ਦੀ ਲੋੜ ਪਵੇਗੀ। ਔਰ ਇਹਦੇ ਨਾਲ ਹੀ ਦਰਸ਼ਕਾਂ ਨੂੰ ਇਹ ਵੀ ਦੱਸ ਦਿੰਦੇ ਆ ਕਿ ਤੁਸੀਂ ਇੱਕ ਵੈਬਸਾਈਟ ਜਾਰੀ ਕੀਤੀ ਗਈ ਆ, ਉਹਦੇ ਵਿੱਚ ਜਿਹੜਾ ਵਾ ਤੁਸੀਂ ਜਾ ਕੇ ਉੱਥੋਂ ਆਪਣਾ ਪ੍ਰੂਫ ਆਫ ਵੈਕਸੀਨੇਸ਼ਨ ਦਾ ਜਿਹੜਾ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ। ਔਰ ਉਹਦੇ ਨਾਲ ਨਾਲ ਤੁਹਾਨੂੰ ਆਪਣੀ ਇੱਕ ਸਰਕਾਰੀ ਫੋਟੋ ਆਈਡੀ ਹੈ ਜਿਹੜੀ ਉਹ ਵੀ ਦਿਖਾਉਣੀ ਪਵੇਗੀ। ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਉੱਥੇ ਜਾ ਕੇ ਬੈਠ ਸਕਦੇ ਹੋ ਤੇ ਆਪਣਾ ਖਾਣੇ ਦਾ ਆਨੰਦ ਮਾਣ ਸਕਦੇ ਹੋ। ਸੋ ਹੋਰ ਵੀ ਜਿਹੜੀਆਂ ਥਾਵਾਂ ਨੇ ਉੱਥੇ ਵੀ ਤੁਹਾਨੂੰ ਇਹ ਇੱਕ ਪ੍ਰੂਫ ਆਫ ਵੈਕਸੀਨੇਸ਼ਨ ਦਾ ਸਰਟੀਫਿਕੇਟ ਤੇ ਨਾਲ ਇੱਕ ਫੋਟੋ ਆਈਡੀ ਜਿਹੜੀ ਸਰਕਾਰੀ ਹੋਵੇਗੀ ਉਹ ਦਿਖਾਉਣੀ ਜ਼ਰੂਰੀ ਹੈ। ਜੀ ਸੋ ਮਨਦੀਪ ਜੀ, ਜਦੋਂ ਫੈਡਰਲ ਚੋਣਾਂ ਤੋਂ ਪਹਿਲਾਂ, ਜਦੋਂ ਨਤੀਜਾ ਤੋਂ ਪਹਿਲਾਂ, ਜਦੋਂ ਚੋਣਾਂ ਹੋਣ ਤੋਂ ਪਹਿਲਾਂ ਕੈਂਪੇਨਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੱਸ ਰਹੀਆਂ ਸੀ ਕਿ ਜੇਕਰ ਅਸੀਂ ਸੱਤਾ ਦੇ ਵਿੱਚ ਆਉਂਦੇ ਹਾਂ ਤਾਂ ਇਮੀਗ੍ਰੇਸ਼ਨ ਕਿਸ ਤਰ੍ਹਾਂ ਦਾ ਰਹਿਣ ਵਾਲਾ। ਪਰ ਹੁਣ ਜਦੋਂ ਨਤੀਜੇ ਆ ਚੁੱਕੇ ਨੇ, ਕੀ ਲੱਗਦਾ ਹੈ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਬਦਲਾਅ ਹੋ ਸਕਦਾ ਹੈ? ਇਸ ਦੇ ਨਾਲ ਸੰਬੰਧਿਤ ਜਾਣਕਾਰੀ ਜ਼ਰੂਰ ਸਾਂਝੀ ਕਰੋ। ਬਿਲਕੁਲ, ਚੋਣ ਨਤੀਜੇ ਉੱਤੇ ਬਹੁਤ ਕੁਝ ਨਿਰਭਰ ਕਰਦਾ ਸੀ ਕਿ ਕਿਹਦੀ ਸਰਕਾਰ ਆਵੇਗੀ, ਕਿਉਂਕਿ ਵੱਖੋ ਵੱਖਰੇ ਪਲੇਟਫਾਰਮ ਜਾਰੀ ਕੀਤੇ ਗਏ ਸੀ, ਵੱਖਰੋ ਵੱਖਰਾ ਸਭ ਦਾ ਸੀਗਾ ਕਿ ਅਸੀਂ ਇਸ ਤਰੀਕੇ ਦੀਆਂ ਪਾਲਿਸੀਜ਼ ਲਿਆਵਾਂਗੇ। ਹਾਲਾਂਕਿ ਇੱਕ ਗੱਲ ਤਾਂ ਸਾਰੇ ਸਹਿਮਤ ਸੀਗੇ ਕਿ ਜਿਹੜੇ ਲਿਬਰਲਸ ਵੱਲੋਂ ਟਾਰਗੇਟ ਸੈੱਟ ਕੀਤੇ ਗਏ ਨੇ ਉਹ ਘੱਟ ਨਹੀਂ ਕੀਤੇ ਜਾਣਗੇ, ਕਿਉਂਕਿ ਆਉਣ ਵਾਲੇ 3 ਸਾਲਾਂ ਤੱਕ ਜਿਹੜਾ ਕਿਹਾ ਜਾ ਰਿਹਾ ਸੀ ਕਿ 1 ਮਿਲੀਅਨ ਦੇ ਕਰੀਬ ਜਿਹੜੀ ਉਹ ਇਮੀਗ੍ਰੇਸ਼ਨ ਹੋਣੀ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਉਹ ਰਿਟਾਇਰ ਹੋ ਰਹੇ ਨੇ, ਪੈਨਸ਼ਨਾਂ ਤੇ ਜਾ ਰਹੇ ਨੇ, ਨਵੇਂ ਕਾਰੋਬਾਰ ਖੁੱਲ੍ਹ ਰਹੇ ਨੇ, ਪ੍ਰੋਡਕਸ਼ਨ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਲੇਬਰ ਤੇ ਨਵੀਂ ਇਮੀਗ੍ਰੇਸ਼ਨ ਜਿਹੜੀ ਜ਼ਰੂਰਤ ਮਹਿਸੂਸ ਸਭ ਨੂੰ ਹੋ ਰਹੀ ਆ। ਪਰ ਰਿਫਾਰਮ ਦੀ ਗੱਲ ਕੀਤੀ ਜਾ ਰਹੀ ਸੀ ਖਾਸ ਕਰਕੇ ਕੰਜ਼ਰਵੇਟਿਵ ਪਾਰਟੀ ਵੱਲੋਂ ਕਿ ਅਸੀਂ ਰਿਫਾਰਮ ਕਰਾਂਗੇ, ਸਿਸਟਮ ਦੇ ਵਿੱਚ ਸੁਧਾਰ ਕਰਾਂਗੇ। ਸੋ ਹੁਣ ਕਿਉਂਕਿ ਲਿਬਰਲ ਜਿਹੜੇ ਉਹ ਦੁਬਾਰਾ ਰਿਪੀਟ ਕਰ ਰਹੇ ਨੇ
ਔਰ ਇਹ ਹੁਣ ਬਹੁਤੀ ਕੋਈ ਉਮੀਦ ਨਹੀਂ ਹੈ ਕਿ ਕੋਈ ਵੱਡੇ ਚੇਂਜਸ ਹੋਣਗੇ, ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਪਿਛਲੇ ਐਲਾਨ ਕੀਤੇ ਹੋਏ ਸੀ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ 'ਚ ਕਾਫੀ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਸਿਸਟਮ ਨੂੰ ਡਿਜੀਟਲ ਕੀਤਾ ਜਾ ਰਿਹਾ, ਜਿਹੜੇ ਫੈਸਲੇ ਉਹ ਡਿਜੀਟਲ ਤਰੀਕੇ ਨਾਲ ਟੈਕਨੋਲੋਜੀ ਨਾਲ ਕੀਤੇ ਜਾਣਗੇ। ਸੋ ਉਹ ਸਾਰੀਆਂ ਚੀਜ਼ਾਂ ਵੱਲ ਹੁਣ ਤੇਜ਼ੀ ਨਾਲ ਜਿਹੜੀ ਆਪਣੀ ਪਾਰਟੀ ਆ ਸਰਕਾਰ ਹੋਵੇਗੀ ਵੱਧ ਸਕੇਗੀ, ਕਿਉਂਕਿ ਉਹਨਾਂ ਕੋਲ ਹੁਣ ਇਹ ਤਾਂ ਕਿਹਾ ਜਾ ਸਕਦਾ ਕਿ ਘੱਟੋ ਘੱਟ 1.5 ਸਾਲ ਦੀ ਸਰਕਾਰ ਤਾਂ ਜ਼ਰੂਰ ਇਹ ਕੱਢੇਗੀ ਜੋ ਹਾਲਾਤ ਨੇ। ਸੋ ਇਸ ਤਰੀਕੇ ਨਾਲ ਹੁਣ ਬਹੁਤੇ ਕੋਈ ਚੇਂਜਸ ਤਾਂ ਹੋਣ ਵਾਲੇ ਨਹੀਂ ਆ, ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਰਿਫਾਰਮ ਦੀ ਕੋਸ਼ਿਸ਼ ਜਿਹੜੀ ਉਹ ਲਿਬਰਲ ਪਾਰਟੀ ਵੀ ਕਰੇਗੀ। ਜਿਹੜੇ ਮੁੱਦੇ ਵਿਰੋਧੀਆਂ ਨੇ ਉਠਾਏ ਸੀ, ਜਿਨ੍ਹਾਂ ਮੁੱਦਿਆਂ ਤੇ ਗੱਲ ਕਰ ਰਹੇ ਸੀ, ਖਾਸ ਕਰਕੇ ਜਿਹੜੀਆਂ ਵਰਕ ਪਰਮਿਟ ਦੇ ਮਾਮਲੇ ਵਿੱਚ ਜਿਹੜੀਆਂ ਕੁਝ ਕੁ ਊਣਤਾਈਆਂ ਨੇ, LMI ਜਿਹੜੇ ਜਿਸ ਤਰੀਕੇ ਨਾਲ ਵਿਕ ਰਹੇ ਨੇ ਉਹਨਾਂ ਦੇ ਸਵਾਲ ਪੁੱਛੇ ਗਏ, ਜੋ ਇੱਕ ਨਵਾਂ ਇਮੀਗ੍ਰੇਸ਼ਨ ਕਾਲਜ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਤੇਜ਼ੀ ਨਾਲ ਹੋਣਗੀਆਂ। ਬਾਕੀ ਜਿਹੜੇ ਟਾਰਗੇਟ ਆ, ਜਿਵੇਂ ਇਸ ਸਾਲ ਲਈ 4,01,000 ਰੱਖਿਆ ਗਿਆ ਸੀ, ਅਗਲੇ ਸਾਲ ਲਈ 4,11,000 ਰੱਖਿਆ ਗਿਆ, ਔਰ ਫਿਰ 4,21,000 ਉਸ ਤੋਂ ਅਗਲੇ ਸਾਲ ਲਈ, ਕੁੱਲ ਮਿਲਾ ਕੇ 3 ਸਾਲ ਲਈ 12,44,000 ਦਾ ਟਾਰਗੇਟ ਰੱਖਿਆ ਗਿਆ। ਉਹ ਟਾਰਗੇਟ ਉਸੇ ਤਰੀਕੇ ਨਾਲ ਰਹੇਗਾ। ਬਸ ਹੁਣ ਉਮੀਦ ਇਹ ਆ ਕਿ ਜਿਹੜੇ ਐਕਸਪ੍ਰੈਸ ਐਂਟਰੀ ਦੇ ਫੈਡਰਲ ਸਕਿਲਡ ਜਿਹੜੇ ਆ ਕਿ ਪੂਰੀ ਦੁਨੀਆ ਦੇ ਵਿੱਚ ਜੋ ਜਿਹੜੇ ਲੋਕ ਇੱਥੇ ਸੱਦੇ ਜਾਂਦੇ ਆ, ਉਹਨੂੰ ਇਨਵੀਟੇਸ਼ਨ PR ਦੇ ਭੇਜੇ ਜਾਂਦੇ ਆ, ਉਹ ਕਦੋਂ ਸ਼ੁਰੂ ਹੋਣਗੇ, ਦੁਨੀਆ ਭਰ ਦੇ ਲੋਕ ਉਸ ਚੀਜ਼ ਨੂੰ ਉਡੀਕ ਰਹੇ ਨੇ। ਬਾਕੀ ਕੋਈ ਬਹੁਤਾ ਬਦਲਾਵ ਦੇਖਣ ਨੂੰ ਨਹੀਂ ਮਿਲੇਗਾ। ਜੀ ਸੋ ਮਨਦੀਪ ਜੀ, ਬ੍ਰਿਟਿਸ਼ ਕੋਲੰਬੀਆ ਦੀ ਕੀ ਕਹਿੰਦੀ ਹੈ ਅੱਜ ਦੀ ਕਰੋਨਾ ਵਾਇਰਸ ਦੀ ਅਪਡੇਟ, ਕਿੰਨੇ ਮਾਮਲੇ ਸਾਹਮਣੇ ਆਏ ਨੇ ਤੇ ਕੀ ਹਾਲਾਤ ਇੱਥੇ ਬਣੇ ਹੋਏ ਨੇ? ਜੀ ਬਿਲਕੁਲ। ਔਰ ਜਾਂਦੇ ਅਸੀਂ ਦਰਸ਼ਕਾਂ ਨੂੰ ਇਸ ਵਕਤ ਜਿਹੜੀ ਬ੍ਰਿਟਿਸ਼ ਕੋਲੰਬੀਆ ਦੀ ਅੱਜ ਦੀ ਕਰੋਨਾ ਰਿਪੋਰਟ ਜਿਹੜੀ ਦੱਸ ਦਿੰਦੇ ਆ, ਜੋ ਕਿ ਹੁਣੇ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ, ਜਿਹਦੇ ਵਿੱਚ 759 ਜਿਹੜੇ ਆ ਉਹ ਨਵੇਂ ਅੱਜ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ, ਜਿਹਦੇ ਵਿੱਚ ਫਰੇਜ਼ਰ ਹੈਲਥ ਤੋਂ 214, ਵੈਨਕੂਵਰ ਕੋਸਟਲ ਹੈਲਥ ਤੋਂ 101 ਔਰ ਇੰਟੀਰੀਅਰ ਹੈਲਥ ਰੀਜਨ ਤੋਂ 233 ਤੇ ਆਈਲੈਂਡ ਤੋਂ ਸਿਰਫ 79। ਅਤੇ ਇਹਦੇ ਨਾਲ ਹੀ ਜਿਹੜੇ ਆ ਪਿਛਲੇ 24 ਘੰਟਿਆਂ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋ ਕੱਲ ਜਿਹੜੀ ਗਿਣਤੀ ਸਿਰਫ 1 ਸੀ ਤੇ ਹੁਣ 10 ਲੋਕਾਂ ਦੀ ਮੌਤ ਹੋ ਚੁੱਕੀ ਆ, ਜਿਹਦੇ ਵਿੱਚ ਫਰੇਜ਼ਰ ਹੈਲਥ ਦੇ ਵਿੱਚ 7, ਵੈਨਕੂਵਰ ਕੋਸਟਲ ਹੈਲਥ ਵਿੱਚ 2 ਤੇ ਆਈਲੈਂਡ ਰੀਜਨ ਦੇ ਉੱਤੇ 1 ਵਿਅਕਤੀ ਦੀ ਮੌਤ ਹੋਈ ਹੈ। ਤੇ ਜੇਕਰ ਅਸੀਂ ਇਸ ਵਕਤ ਐਕਟਿਵ ਕੇਸਾਂ ਦੀ ਗੱਲ ਕਰੀਏ BC ਵਿੱਚ ਤਾਂ ਵੱਧ ਕੇ ਐਕਟਿਵ ਕੇਸਾਂ ਦੀ ਗਿਣਤੀ 5458 ਹੋ ਚੁੱਕੀ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕੀਤੀ ਹੈ। ਗੱਲ ਉਡਾਨਾਂ ਦੇ ਨਾਲ ਸੰਬੰਧਿਤ ਖਬਰ ਦੀ ਵੀ ਹੋਈ ਹੈ, ਬਾਕੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਬਾਕੀ ਸਾਰੀਆਂ ਖਬਰਾਂ ਦੇ ਵਾਸਤੇ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।